चंद रोज कबल सोशल मीडिया पर चिचावतनी के नवाही गांव 4612L में तशद्दुद की वीडियो वायरल होने के बाद इसके असल हक़ाइक़ जानिए इस प्रोग्राम में मेज़बान अमान के साथ। इन्हें आख्या कि वो साडे बच्चे की जी चपेड़ मारी ना जी वो बच्चा बेचारा परेशान है तो तुसी अज करो भी ਉਹਦੇ सिर ते हथ फेर दिओ ਉਹਦੇ ਨਾਲ ਤੁਹਾਡੀ ਸੁलह हो जाएगी ਤਾਂ ਕਿ ਉਹ ਬੱਚਾ ਪਰੇਸ਼ਾਨ ਹੈ ਉਹਨੂੰ ਅਸੀਂ ਪਰੇਸ਼ਾਨ ਹੁੰਦਿਆਂ ਵੇਖ ਨਹੀਂ ਸਕਦੇ। ਸਹੀ ਮੇਰੇ ਭਾਈ ਨੇ ਆਖਿਆ ਕਿ ਅਸੀਂ ਉਹਦੀ ਮਿਹਨਤ ਕਰਨ ਨੂੰ ਤਿਆਰ ਹਾਂ ਉਹਦੇ ਮਾਂ ਪਿਓ ਦੀ ਮਿਹਨਤ ਕਰਨ ਵਾਸਤੇ ਤਿਆਰ ਹਾਂ। ਅੱਛਾ ਮੈਂ ਤੁਹਾਡੇ ਘਰ ਚੱਲ ਕੇ ਉਹਨਾਂ ਦੀ ਮਿਹਨਤ ਕਰਨਾ। ਮੇਰਾ ਭਾਈ ਉਹਦੇ ਨਾਲ ਉੱਠਿਆ ਬਲਕਿ ਉਹਨੇ ਜੇਬ 'ਚ ਕੋਈ 2000 ਰੁਪਈਆ ਪਾਇਆ ਉਹਨੇ ਕਿ ਮੈਂ ਚਲੋ ਉਸ ਬੱਚੇ ਨੂੰ ਉਹਨੂੰ ਕੋਈ 2000 ਰੁਪਈਆ ਵੀ ਨਾਲ ਦੇਵਾਂਗਾ। ਜਦੋਂ ਉਹਨਾਂ ਦੇ ਘਰ ਅੱਗੇ ਗਏ ਹਾਲਾਤ ਵੇਖੇ ਕਿ ਜਦੋਂ ਗਏ ਇਹਨਾਂ ਦਾ ਰਾਬਤਾ ਸੀ ਪਿੱਛੇ ਆਪਣੀ ਬਰਾਦਰੀ ਨਾਲ ਰਾਬਤਾ ਸੀਗਾ ਕਿ ਅਸੀਂ ਉਹਨੂੰ ਲੈ ਕੇ ਆਉਣੇ ਆ ਜਦੋਂ ਆਵੇ ਤੇ ਆਪਾਂ ਉਹਨਾਂ ਦੇ ਗਲ ਪੈ ਜਾਣਾ। ਇਹ ਦੇ ਦਰਵਾਜ਼ੇ ਕੇ ਗਏ ਤੇ ਉਹ ਕਮ ਸੇ ਕਮ 20 25 30 ਬੰਦੇ ਬੁੱਢੀਆਂ ਉਹਨਾਂ ਦੇ ਜਿਹੜੇ ਸੀ ਨਾ ਆਦਮੀ ਔਰ ਔਰਤਾਂ ਬਾਹਰ ਖਲੋਤੇ ਸੀ। ਮੇਰੇ ਭਾਈ ਨੇ ਉਹ ਜ਼ਿਮੀਂਦਾਰਾਂ ਦੇ ਮੁੰਡੇ ਨੂੰ ਆਖਿਆ ਜਿਹੜਾ ਨਾਲ ਆ ਸੀ ਉਹਨੇ ਕਿਹਾ ਯਾਰ ਤੇਰਾ ਨਾਲ ਆਤਾ ਉੱਥੇ ਚੱਲ ਆਪਾਂ ਉੱਥੇ ਚੱਲ ਕੇ ਬੈਠ ਕੇ ਗੱਲ ਕਰਦੇ ਮੈਂ ਇਹਨਾਂ ਨੂੰ ਉੱਥੇ ਸੱਦ ਕੇ ਉਹਨਾਂ ਦੀ ਮਿਹਨਤ ਕਰ ਲਾਂਗਾ। ਉੱਥੇ ਚਲੇ ਗਿਆ ਜੀ ਮੇਰਾ ਭਾਈ ਉੱਥੇ ਬੈਠਦਾ ਗਿਆ ਜੀ। ਜਿਸ ਲੜਕੇ ਨੇ ਨੂੰ ਮੇਰੇ ਭਾਈ ਨੇ ਥੱਪੜ ਮਾਰਿਆ ਸੀ ਉਹਦਾ ਭਾਈ ਉੱਠਿਆ ਉਹ ਮੇਰੇ ਭਾਈ ਦੇ ਗਲ ਪੈ ਗਿਆ ਨਾਲ ਹੀ ਉਹ ਔਰਤਾਂ ਨਾਲ ਹੀ ਉਹ ਬੰਦੇ ਉਹ 25 30 ਬੰਦੇ ਮੇਰਾ ਭਾਈ ਇਕੱਲਾ ਇਹਨਾਂ ਜਨਾਬ ਉਹਦਾ ਸਿਰ ਵੀ ਪਾੜਿਆ ਮੇਰਾ ਭਤੀਜਾ ਗਿਆ ਉਹਦਾ ਜਬੜਾ ਫ੍ਰੈਕਚਰ ਹੋਇਆ। ਮੇਰਾ ਬੇਟਾ ਨੂੰ ਪਤਾ ਲੱਗਾ ਮੇਰਾ ਬੇਟਾ ਮੁਲਾਜ਼ਮ ਹੈ ਡਿਊਟੀ ਤੋਂ ਆ ਰਿਹਾ ਸੀ ਉਹਨੂੰ ਰਸਤੇ 'ਚ ਕਾਲ ਕੀਤੀ ਕਿ ਉਹ ਉੱਥੇ ਗਏ ਨੇ ਤੋਂ ਲੜ ਪਏ ਨੇ। ਮੇਰਾ ਬੇਟਾ ਡਿਊਟੀ ਤੋਂ ਸਿੱਧਾ ਆਪਣਾ ਕਸਵਾਲ ਤੋਂ ਸਿੱਧਾ ਉੱਥੇ ਗਿਆ ਮੋਟਰਸਾਈਕਲ ਤੇ ਉਹਦੇ ਜਾਂਦਿਆਂ ਇਹਨਾਂ ਨੇ ਅੱਖ ਦੇ ਉੱਤੇ ਪੱਕਾ ਵੱਟਾ ਮਾਰਿਆ ਉਹਦੀ ਅੱਖ ਦਾ ਦੋ ਸਾਈਡਾਂ ਤੋਂ ਫਟ ਗਈ। ਉਹਦੀ ਮੇਰੇ ਕੋਲ ਤਸਵੀਰਾਂ ਮੌਜੂਦ ਆ ਮੇਰੇ ਆਪਣੇ ਭਾਈ ਨੂੰ ਜਿਹੜੀਆਂ ਸੱਟਾਂ ਵੱਜੀਆਂ ਉਹਦੀਆਂ ਤਸਵੀਰਾਂ ਮੌਜੂਦ ਹੈ। ਮੇਰੇ ਭਾਈ ਦਾ ਬੇਟਾ ਵੀ 10ਵੀਂ ਦਾ ਸਟੂਡੈਂਟ ਹੈ ਉਹਦਾ ਸਿਰ ਪਾਟਾ ਉਹ ਵੀ ਮੇਰੇ ਕੋਲ ਮੌਜੂਦ ਹੈ। ਇਹ ਸਾਰਾ ਰਿਕਾਰਡ ਮੇਰੇ ਕੋਲ ਮੌਜੂਦ ਆ ਕਿ ਇੱਕ ਬੰਦਾ ਮਿਹਨਤ ਕਰਨ ਜਾਂਦਾ ਹੈ ਇਸ ਨੀਅਤ ਨਾਲ ਕਿ ਚਲੋ ਮੈਂ ਉਹ ਬੱਚਾ ਜੋ ਉਹਦੇ ਇੱਕ ਥੱਪੜ ਮਾਰ ਗਿਆ ਅਸੀਂ ਜ਼ਿਮੀਂਦਾਰ ਹਾਂ ਚਲੋ ਸਮਝਣ ਕਿ ਅਸੀਂ ਗਰੀਬ ਆ ਅਸੀਂ ਉਹਦੀ ਕੋਈ ਖਿਦਮਤ ਵੀ ਕਰਕੇ ਆਉਨੇ ਆ ਉਹਦੇ ਮਾਂ ਪਿਓ ਦੀ ਮਿਹਨਤ ਕਰਕੇ ਆਉਨੇ ਉਹਦੇ ਮਾਂ ਪਿਓ ਨੇ ਅੱਗੋਂ ਉਹਦਾ ਇਵਜ਼ ਸਾਨੂੰ ਸਿਲਾ ਇਹ ਦਿੱਤਾ ਕਿ ਅਜੇ ਬੰਦਾ ਜਾ ਕੇ ਬੈਠਾ ਉਹਨੂੰ ਜਨਾਬ ਡਾਂਗਾ ਸੋਟਿਆਂ ਨਾਲ ਉਸ ਨੂੰ ਜੋੜ ਗਿਆ। अस्सलाम वालेकुम यूनुस साहब कैसे हैं आप? जी वालेकुम अस्सलाम ठीक हूँ अल्हम्दुलिल्लाह अल्लाह का फजल है। अच्छा यूनुस साहब बताइएगा 4 दिन पहले जो वाक़या हुआ उसके हक़ाइक़ क्या हैं आपको? गुजारिश है कि ਅਸੀਂ ਇਸ ਚੱਕ ਦੇ ਛੋਟੇ ਜਿਹੇ ਜ਼ਿਮੀਂਦਾਰ ਹਾਂ। ਸਾਡੀ 33 ਕਨਾਲ ਜ਼ਮੀਨ ਹੈ ਤਿੰਨਾਂ ਭਾਈਆਂ ਬਹੁਤ ਛੋਟੇ ਜਿਹੇ ਜ਼ਿਮੀਂਦਾਰ ਹੈ। ਇਹ ਕੁਝ ਦਿਨ ਪਹਿਲੇ ਜਿਹੜਾ ਵਾਕਿਆ ਹੋਇਆ ਨਾ ਜੀ ਅਸੀਂ ਇੱਕ ਮੱਕੀ ਲਵਾਈ ਆਪਣੀ ਇੱਥੋਂ ਦੀ ਲੇਬਰ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਠੇਕੇਦਾਰ ਹੁੰਦਾ अच्छा ਉਹ ਕਿਸੇ ਲੇਬਰ ਦਾ ਆਦਮੀ ਹੁੰਦਾ ਠੇਕੇਦਾਰ ਮਤਲਬ ਹੈੱਡ ਹੁੰਦਾ ਕਿਸੇ ਦੀ ਲੇਡੀਜ਼ ਹੁੰਦੀ। ਅਸੀਂ ਜੀ ਇਸ ਔਰਤ ਕੋਲੋਂ ਮੱਕੀ ਲਵਾਈ ਮਾਛੀਆਂ ਦੀ ਔਰਤ ਹੈ ਜੀ ਇਹ ਆਪਣੀ ਲੇਬਰ ਦੀ ਹੈੱਡ ਸੀ। अच्छा ਅਸੀਂ ਇਸ ਕੋਲੋਂ ਮੱਕੀ ਲਵਾਈ ਇਹ 2500 ਰੁਪਏ ਪਰ ਏਕੜ ਲੈਂਦੇ ਨੇ ਬੀਜ ਲਾਉਣ ਦਾ। अच्छा ਅਸੀਂ ਦੋ ਭਾਈਆਂ ਨੇ 3.5 ਏਕੜ ਇਹਨਾਂ ਕੋਲੋਂ ਮੱਕੀ ਲਵਾਈ ਸੀ। ਮੱਕੀ ਲੱਗ ਗਈ 3-4 ਦਿਨ ਉੱਥੇ ਜਦੋਂ ਪਹੁੰਚੇ ਤੇ ਇਹਨਾਂ ਸਾਨੂੰ ਪੁੱਛਿਆ ਕਿ ਜੀ ਪੈਸੇ ਇੱਥੇ ਦੇਣੇ ਨਹੀਂ ਜਾਂ ਘਰ। ਅਸੀਂ ਆਖਿਆ ਇੱਥੇ ਪੈਸੇ ਤੁਹਾਡਾ ਪਸੀਨਾ ਖੁਸ਼ਕ ਹੋਣ ਤੋਂ ਪਹਿਲੇ ਪੈਸੇ ਲੈ ਲਓ ਆਪਣੇ। अच्छा ਪੈਸੇ ਦੇ ਦਿੱਤੇ ਜੀ ਇਹ ਘਰ ਆ ਗਏ ਨੇ 2-3 ਦਿਨ ਬਾਅਦ ਸਾਫ਼ ਜ਼ਾਹਰ ਮੱਕੀ ਉਗਦੀ ਹੈ। ਜਦੋਂ ਮੱਕੀ ਉਗੀ ਨਾ ਜੀ ਤੇ ਅਸੀਂ ਉਹ ਦੇਖਿਆ ਉਹਦੇ 'ਚ ਨਾਗੇ ਸੀ ਕਾਫੀ ਸਾਰੇ। ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਅਸੀਂ ਆਖਿਆ ਕਿ ਸਾਡੀ ਤੁਹਾਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਇਹ ਲਾਉਂਦੇ ਨੇ ਜੀ ਮੱਕੀ ਉਹ 'ਚ ਜਿਹੜੇ ਪਾੜੇ ਹੋ ਜਾਂਦੇ ਨਾਗੇ ਹੋ ਜਾਂਦੇ ਨੇ ਉਹ ਇਹਨਾਂ ਨੇ ਲਾਣੇ ਹੁੰਦੇ ਨੇ। अच्छा ਅਸੀਂ ਉਹਦੀ ਲੀਡਰ ਸੀ ਇਹਨਾਂ ਦੀ ਹੈੱਡ ਸੀ ਅਸੀਂ ਉਹਨੂੰ ਆਖਿਆ ਖਾਲਦਾ ਨਾਮੀ ਲੜਕੀ ਸੀ ਸਾਡੇ ਨਾਲ ਉਹਦੇ ਬੜੇ ਅੱਛੇ ਤਲਕਾਤ ਸੀ। ਅਸੀਂ ਉਹਨੂੰ ਆਖਿਆ ਕਿ ਬੀਬੀ ਆ ਨਾਗੇ ਨੇ ਇਹ ਤੁਸੀਂ ਆਪਣੇ ਨਾਗੇ ਲਾ ਦਿਓ। ਉਹਨਾਂ ਨੇ ਨਹੀਂ ਲਾਏ 2 ਦਿਨ ਅਸੀਂ ਉਹਨਾਂ ਦੇ ਪਿੱਛੇ ਫਿਰਦੇ ਰਹੇ ਕਿ ਸਾਡੇ ਨਾਗੇ ਲਾ ਦਿਓ ਉਹਨਾਂ ਨੇ ਨਹੀਂ ਲਾਏ। ਉਹ ਇੱਕ ਦਿਨ ਅਚਾਨਕ ਮੇਰੇ ਛੋਟਾ ਜਿਹੜਾ ਭਾਈ ਹੈ ਤੀਸਰਾ ਭਾਈ ਉਹਨੇ ਇੱਕ ਕਨਾਲ ਮੱਕੀ ਲਵਾਉਣੀ ਸੀ ਤੇ ਉਹਨਾਂ ਨੇ ਨਾ ਉਹਨੂੰ ਬੁਲਾਇਆ ਕਿ ਮੇਰੀ ਇੱਕ ਕਨਾਲ ਮੱਕੀ ਲਾ ਦਿਓ। ਉਹ 4 ਜਣੇ ਗਏ ਲੇਬਰ ਦੇ ਨਾਲ ਉਹ ਹੈੱਡ ਵੀ ਨਾਲ ਸੀ। अच्छा ਜਦੋਂ ਮੱਕੀ ਲਾਉਂਦੇ ਨਾ ਜੀ ਤੇ ਮੇਰੇ ਤੋਂ ਛੋਟਾ ਭਾਈ ਹੈ ਨਾ ਉਹਨੇ ਆਖਿਆ ਬੀਬੀ ਤੁਸੀਂ ਸਾਡੇ ਨਾਗੇ ਨਹੀਂ ਲਾਏ ਹੁਣ ਅਗਰ ਤੁਸੀਂ ਲੇਟ ਕਰੋਗੇ ਤੇ ਉਹ ਜਿਹੜੀ ਮੱਕੀ ਦਾ ਬੀਜ ਔਰ ਪੈਣੀ ਦੇ ਪੈਸੇ ਤੁਹਾਨੂੰ ਦੇਣੇ ਪੈਣਗੇ। बिल्कुल ਉਹ ਅੱਗੋਂ ਆਖਣ ਲੱਗੀ ਮੇਰੇ ਛੋਟੇ ਭਾਈ ਨੇ ਸੁਣਿਆ ਜਿਹੜਾ ਕਿ ਉਹਨੇ ਡਰਦੇ ਨੇ ਮੇਰੇ ਵੱਡੇ ਭਾਈ ਨੂੰ ਨਾ ਦੱਸਿਆ ਉਹ ਆਖਣ ਲੱਗੀ ਕਿ ਸਾਡੇ ਕੋਲੋਂ ਨਹੀਂ ਲੱਗਦੇ। अच्छा ਲੇਕਿਨ ਮੇਰੇ ਛੋਟੇ ਭਾਈ ਦੇ ਇਸ ਤਰ੍ਹਾਂ ਦੱਸਿਆ ਕਿ ਇਹਦੇ ਕਹਿਣ ਨਾਲ ਹੋ ਸਕਦਾ ਕੋਈ ਤਲਖੀ ਪੈਦਾ ਹੋ ਜਾਏਗੀ। ਜਦੋਂ ਉਹਨੇ ਮੱਕੀ ਉਹ ਲਾ ਲਈ ਨਾ ਜੀ ਤਾਂ ਮੇਰੇ ਛੋਟੇ ਭਾਈ ਨੂੰ ਕਹਿਣ ਲੱਗੇ ਕਿ ਮੇਰਾ ਬਲੱਡ ਪ੍ਰੈਸ਼ਰ ਡਾਊਨ ਹੋ ਗਿਆ ਲਿਹਾਜ਼ਾ ਮੈਨੂੰ ਘਰ ਪਹੁੰਚਾਓ। ਮੱਕੀ ਲਾਣ ਤੋਂ ਬਾਅਦ ਮੇਰੇ ਭਾਈ ਨੇ ਉਹਨੂੰ ਮੋਟਰਸਾਈਕਲ ਤੇ ਬਿਠਾਇਆ ਉਹਨੂੰ ਘਰ ਛੱਡਿਆ। ਬੜੇ ਭਾਈ ਨੇ ਪੁੱਛਿਆ ਉਹ ਯਾਰ ਉਹਨੇ ਮੇਰੇ ਨਾਗੇ ਲਾਉਣੇ ਸੁਣ ਕੇ ਯਾਰ ਉਹ ਕਹਿੰਦੀ ਸੀ ਕਿ ਮੇਰਾ ਬਲੱਡ ਪ੍ਰੈਸ਼ਰ ਡਾਊਨ ਹੈ ਮੈਨੂੰ ਘਰ ਛੱਡਿਓ। ਇਹ ਦੂਸਰੇ 2-3 ਹੈਗੇ ਨੇ ਇਹਨਾਂ ਨੂੰ ਆਪਾਂ ਕਹਿ ਲੈਂਦੇ ਹਾਂ।
ਉਹਨਾਂ ਨਾਲ ਅਸੀਂ ਗੱਲ ਕੀਤੀ, ਉਹਨਾਂ ਨੂੰ ਅਸੀਂ ਆਖਿਆ ਕਿ ਯਾਰ ਤੁਸੀਂ ਇਹ ਕਰੋ ਕਿ ਤੁਸੀਂ ਇਹ ਵੇਖ ਲਓ ਕਮ ਸੇ ਕਮ ਕਿ ਨਾਗੇ ਜਿਹੜੇ ਕਿੰਨੇ ਨਾਗੇ ਨੇ। 15 ਤੋਂ 20 ਮਿੰਟ ਜਿਹੜਾ ਨਾ ਅਸੀਂ ਉਹਨੇ ਤਕਰਾਰ ਮੇਰੇ ਭਾਈ ਨੇ ਕੀਤਾ ਕਿ ਇਹ ਜਿਹੜਾ ਤੁਸੀਂ ਸਿਰਫ ਦੇਖ ਲਓ, ਅਸੀਂ ਬੀ ਨਹੀਂ ਲੈ ਕੇ ਆਏ ਵੀ ਅਸੀਂ ਕੋਈ ਬੀ ਲੈ ਕੇ ਆਏ ਤੁਹਾਨੂੰ ਕਹਿੰਦੇ ਹੁਣੇ ਲਾਓ, ਤੁਸੀਂ ਲਾ ਭਾਵੇਂ ਫਿਰਦੇ ਆਂ ਲੇਕਿਨ ਤੁਸੀਂ ਸਿਰਫ ਦੇਖਿਓ। अच्छा ਮੈਂ 15 ਮਿੰਟ ਮੈਂ 15 ਕਰਮ ਤੇ ਉਹਨਾਂ ਨੂੰ ਸੁਣਦਾ ਰਿਹਾ, ਲੇਕਿਨ ਉਹ ਲੜਕਾ ਉਹ ਜਿਹੜੀ ਮਾਈਆਂ ਸੀ ਉਹ ਨਹੀਂ ਗਈਆਂ। 15 ਮਿੰਟ ਤੋਂ ਬਾਅਦ ਮੇਰੇ ਭਾਈ ਨੇ ਵਾਹ ਤਲਖੀ ਦਾ ਉਹਨਾਂ ਨੂੰ ਆਖਿਆ ਕਿ ਇਹ ਤੁਹਾਨੂੰ ਲਾਣੇ ਪੈਣੇ ਨੇ ਔਰ ਅਸੀਂ ਤੁਹਾਡੇ ਕੋਲ ਇਹਨਾਂ ਫਿਰ ਖਰਚਾ ਵੀ ਲਾਂਗੇ। ਉਸ ਮੁੰਡੇ ਨੇ ਕੋਈ ਐਸੀ ਉਹਨਾਂ ਨੂੰ ਗੱਲ ਆਖੀ ਨਾਜ਼ੇਬਾ ਜਿਹੜੀ ਕਿ ਮੇਰੇ ਭਾਈ ਨੂੰ ਬਹੁਤ ਨਾਗਵਾਰ ਗੁਜ਼ਰੀ। ਉਹਨੇ ਉਹਦੇ ਹਕੀਕਤ ਇਹ ਆ, ਝੂਠ ਨਹੀਂ ਬੋਲਣਾ, ਕਿ ਉਹਨੇ ਥੱਪੜ ਮਾਰਿਆ। ਥੱਪੜ ਮਾਰਿਆ ਉਸ ਤੋਂ ਬਾਅਦ ਉਹ ਮੈਂ ਨਾ ਉਹਨੂੰ ਮੁੰਡੇ ਆਪਣੇ ਛੋਟੇ ਭਾਈ ਨੂੰ ਨਾ ਉੱਥੇ ਘੂਰਿਆ ਦੂਰੋਂ। ਮੈਂ ਕਿਹਾ ਤੇਰਾ ਕੀ ਤੋਕੇ, ਤੂੰ ਇਸ ਬੱਚੇ ਦੇ ਕਿਉਂ ਮਾਰਦੇ ਇਸ ਮੁੰਡੇ ਦੇ? ਆਪਾਂ ਜਿਹੜੀ ਹੈਡ ਹੈ ਉਸ ਨਾਲ ਗੱਲ ਕਰਨੇ ਆ, ਜਿਹਨੇ ਸਾਡੇ ਕੋਲੋਂ ਪੈਸੇ ਲੈਣੇ, ਜਿਹਦੀ ਇਹ ਲੇਬਰ ਹੈ, ਅਸੀਂ ਉਹਦੇ ਨਾਲ ਗੱਲ ਕਰਾਂਗੇ। ਤੂੰ ਯਾਰ ਬੱਚੇ ਨਾਲ ਕਿਉਂ ਲੜਦਾ? ਉਹ ਬੱਚੇ ਨੂੰ ਮੈਂ ਕਿਹਾ ਜਾ ਬੇਟਾ ਤੂੰ, ਅਸੀਂ ਆਪੇ ਉਹਨਾਂ ਨਾਲ ਗੱਲ ਕਰ ਲਾਂਗੇ। ये जो आप बार बार नाम ले रहे हैं, हेड का नाम ले रहे हैं कि हेड साहब ने बात करनी थी, तो उस हेड से आपने पहले भी कोई काम करवा चुके हैं या? हम सारे जो काम है ना अपने तकरीबन सारे काम हाँ जी ये इन लेबरों से कराते हैं। और ये जो लड़की है ना, ये इसका जो सुसर है, इसका जो खामंद है, इसके जो भाई हैं, ये अरसा दराज से हमारा काम करते हैं। अच्छा, ये यानी कि इनके पुराना पहले रिलेशन है, पुराना रिलेशन है। सही और मैं साबित कराऊंगा कि हमारे इनसे पुराने रिलेशन है। अच्छा मैं साबित कराऊंगा, अगर ना कराऊंगा तो मैं झूठा हूँ फिर। अच्छा, तो ये आप जिस प्रकार ने बताया ना कि पुराने ताल्लुकात, तो फिर ये इस बार ये अचानक क्या हो गया? ਉਹ ਇਸ ਤਰ੍ਹਾਂ ਹੁੰਦਾ ਜੀ ਕਿ ਇਹਨਾਂ ਦੇ ਨਾਲ ਮੁxtਲਿਫ ਲੇਬਰ ਦੇ ਜਿਹੜੇ ਲੋਕਾਂ ਦੇ ਜੀ ਨਾ, ਮਤਲਬ ਕੋਈ ਹਟ ਗਿਆ, ਕੋਈ ਆ ਗਿਆ, ਕੋਈ ਮਤਲਬ ਹਟ ਗਿਆ ਕੰਮ ਕਰਨ ਨੂੰ, ਕਿਸੇ ਹੋਰ ਲੇਬਰ ਨਾਲ ਚਲੇ ਗਿਆ, ਕੋਈ ਹੋਰ ਨਾਲ ਚਲੇ ਗਿਆ। ਉਹ ਜਿਹੜੇ ਆਏ ਨਾ ਜੀ ਵਿੱਚੋਂ, ਜਿਹੜੇ ਮਤਲਬ ਇਹਦੀ ਪੱਕੀ ਲੇਬਰ ਨਾਲ ਜਿਹੜੇ ਹੋਰ ਆਊਟਸਾਈਡਰ ਵਿੱਚੋਂ ਘਰਾਂ ਦੇ ਬੱਚੀਆਂ ਔਰ ਬੱਚੇ ਸੀ, ਉਹ ਇਹਨਾਂ ਨਾਲ ਰਲੇ ਹੋਏ ਸੀ। ਮਤਲਬ ਇਹਨਾਂ ਦੇ ਨਾਲ ਅਚਾਨਕ ਉਹ ਚੂੰਕਿ ਵਿੱਚ ਛੋਟੇ ਬੱਚੇ ਵੀ ਹੁੰਦੇ, ਉਹ ਜਿਹੜੇ ਛੋਟੇ ਬੱਚੇ ਹਨ ਜੀ, ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜ਼ਿਮੀਦਾਰ ਦਾ 50 ਤੋਂ 60 ਹਜ਼ਾਰ ਰੁਪਏ ਮਤਲਬ ਮੱਕੀ ਲਾਉਣ ਤੱਕ ਜਿਹੜਾ ਨਾ ਖਰਚਾ ਹੁੰਦਾ। ਉਹਨਾਂ ਬੱਚੇ ਨੂੰ 8 ਸਾਲ ਦੇ ਜਾਂ 10-12 ਸਾਲ ਦੇ ਬੱਚੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ। ਇਹ ਸਿਆਣੇ ਬੰਦੇ ਨੂੰ ਅਹਿਸਾਸ ਹੁੰਦਾ। ਉਹ ਜਿਹੜੇ ਬੱਚੇ ਹੈ ਨਾ ਜੀ, ਉਹ ਨਾਗੇ ਕਰਦੇ ਨੇ। ਇਸ ਵਾਸਤੇ ਜਿਹੜਾ ਨਾ ਮਤਲਬ ਸਾਡੀ ਫਸਲ ਦਾ ਇਹ ਨੁਕਸਾਨ ਹੁੰਦਾ ਹੈ। अच्छा यूनुस साहब, ये सारे मामले के पीछे कोई सियासी चपकलिश तो नहीं है? इस सारे मामले के पीछे 110% सियासी चपकलिशी है। इसके अलावा मैं कभी ख्वाब में भी नहीं सोच सकता कि ये हमारी लेबरें, ये लोग जो हमारे शुरू से काम करते हैं, हमारे घरों में भी ये काम करते हैं, हमारे खेतों में भी काम करते हैं, हमसे खाते भी हैं, कि ये हमारे आगे बोल भी जाएं। ये सारे का सारा जो हुआ ना, ये सारा सियासत की वजह से हुआ। इसके अलावा और कोई दूसरा ऑप्शन नहीं। तब भी अचानक ये सारा हो गया, हालांकि आपके पुराने ताल्लुकात थे, पिछले ताल्लुकात। मैं कह रहा हूँ कि लेकिन ये अचानक सियासी मफादात जो है वो आड़े आ जाते हैं, जिसकी वजह से ये सारा मामला। मैं अर्ज करता हूँ कि ये मैं खुद नहीं, मैं अकेला नहीं कह रहा, मैं 10, 20, 50 लोगों से आपको साबित करवाऊंगा कि इससे पहले भी इन लोगों ने, ये जो सियासत में है, इन लोगों ने मुझ पे, मेरे पास FIR हैं उसकी, कि मुझ पे झूठी FIR दर्ज कराई। और वो अल्हम्दुलिल्लाह DPO साहब ने मेरी तफ्तीश की और डायरेक्ट DPO साहब ने तफ्तीश करने के बाद उनको डिस्चार्ज किया और साबित हुआ कि ये सियासी बेस पे था। सही है, ये मेरे पास रिकॉर्ड मौजूद है। और इस वक्त भी यही वजह है कि अभी से हमारे ऊपर सियासत होना शुरू हो गई। हमारा गुनाह सिर्फ इतना है जो हमने किया है। मैं मानता हूँ कि ये हमारा गुनाह है क्या? कि ये सियासी वजह से हम पे कर रहे हैं। हम जो है इनके आगे अगर हम भी सजदागीर हो जाएं, इनकी जो गलत सच बात हम तस्लीम करने लगे तो हमें भी कोई नहीं पूछेगा। अच्छा यूनुस साहब, अब इस सारे मामले को कवर करने के लिए आपका क्या मुतालबा है, जरा वो बताएं। मेरा एक ही मुतालबा है जी। पहली बात यह है कि सानू बेइज्जत किया गया इस ਚੱਕ ਦੇ ਵਿੱਚ। ਸਾਡੇ ਪਿਓ ਦਾਦੇ ਤੋਂ ਸਾਡੀ ਲੋਕ ਇੱਜ਼ਤ ਕਰਦੇ ਸੀ। ਅਸੀਂ ਸ਼ਰੀਫ ਇਨਸਾਨ ਆ, ਅਸੀਂ ਬਹੁਤ ਸ਼ਰਾਫਤ ਨਾਲ ਜ਼ਿੰਦਗੀ ਗੁਜ਼ਾਰੀ ਹੈ। ਮੇਰਾ ਇੱਕੋ ਮੁਤਾਲਬਾ ਕਿ ਜੋ ਕੁਝ ਹੋਇਆ, ਮੈਂ ਗੁਜ਼ਾਰਿਸ਼ ਕਰਨਾ, ਮੈਂ ਡਿਪਟੀ ਸਾਹਿਬ ਨੂੰ, SHO ਸਾਹਿਬ ਨੂੰ, ਮੈਂ DPO ਸਾਹਿਬ ਨੂੰ, DIG ਸਾਹਿਬ ਨੂੰ, IG ਸਾਹਿਬ ਤੱਕ ਮੇਰੀ ਗੁਜ਼ਾਰਿਸ਼ ਹੈ, ਮੈਂ ਨਾ ਕੋਈ ਵੀ ਇਮਾਨਦਾਰ ਅਫਸਰ ਲੈ ਆਉਣ, अगर वो मेरे चक च आ जाए तो मैनू बहुत ज्यादा खुशी है, क्योंकि मैनू चक दे लोग ले जाने जरा मौके। वरना अगर मैनू हुक्म करनगे चीचा वतनी साहिवाल या किसी और जगह ते, मैं 100, 50, 200 इथों दा मुअज़्ज़ज़ आदमी, मुअज़्ज़ज़ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਾਬਤ ਹੋਏਗਾ ਕਿ ਆ ਲੋਕ ਮੁਅੱਜ਼ਜ਼ ਨੇ, ਮੈਂ ਉਹਨਾਂ ਨੂੰ ਪੇਸ਼ ਕਰ ਦਾਂਗਾ। ਉਹਨਾਂ ਕੋਲੋਂ ਹਲਫ ਤੇ ਬਾਅਦ ਤਸਦੀਕ ਕਰ ਲੈਣ ਕਿ ਜਿਹੜੀਆਂ ਗੱਲਾਂ ਮੈਂ ਕਰਦਾ, ਅਗਰ ਮੇਰੀ ਗੱਲ ਸਾਬਤ ਹੋ ਜਾਏ ਤੇ ਮੈਂ ਗੁਜ਼ਾਰਿਸ਼ ਕਰਾਂਗਾ, ਮੈਂ ਮੀਡੀਆ ਅੱਗੇ ਵੀ ਗੁਜ਼ਾਰਿਸ਼ ਕਰਾਂਗਾ ਕਿ ਮੇਰੇ ਤੇ 1-2 ਪਰਚੇ ਹੋਰ ਦੇ ਦਿਓ। ਫਿਰ अगर असी गलत किया,
ਅਗਰ ਅਸੀਂ ਮਤਲਬ ਜਿਹੜਾ ਨਾ ਸਾਡੇ ਨਾਲ ਜ਼ਿਆਦਤੀ ਨਹੀਂ ਹੋਈ, ਅਸੀਂ ਝੂਠ ਬੋਲਦੇ ਹਾਂ, ਅਸੀਂ ਫੇਕ ਗੱਲਾਂ ਕਰ ਰਹੇ ਹਾਂ, ਅਗਰ ਇਹ ਬਾਤ ਸਾਬਤ ਹੋ ਜਾਏ ਤੇ ਮੈਂ ਕਹਾਂਗਾ ਕਿ ਸਾਡੇ ਤੇ ਇੱਕ FIR ਹੋਰ ਦੇ ਦੇਣੀ ਚਾਹੀਦੀ। ਸਹੀ। ਇੱਥੋਂ ਇਸ ਚੱਕ ਦਾ ਤੁਸੀਂ ਮੀਡੀਆ ਵਾਲੇ ਆਪਣੀ ਖੁਫੀਆ ਇਨਵੈਸਟੀਗੇਸ਼ਨ ਕਰਕੇ ਵੇਖੋ। ਮੇਰਾ ਜਿਹੜਾ ਕੋਈ ਮੁਖਾਲਫ ਵੀ ਬੰਦਾ ਉਹਦੇ ਕੋਲ ਵੀ ਜਾਓ, ਅਗਰ ਉਹ ਤੁਹਾਨੂੰ ਇਹ ਕਹਿ ਦੇਵੇ ਕਿ ਯੂਨਸ ਨੇ ਕਿਸੇ ਬੰਦੇ ਨੂੰ ਚੰਡ ਮਾਰੀ, ਅਗਰ ਸਾਬਤ ਕਰਵਾ ਦੇਵੇ, ਤੇ ਮੈਂ ਕਹਿੰਦਾ ਕਿ ਮੇਰੇ ਤੇ ਇੱਕ ਨਹੀਂ ਮੇਰੇ ਤੇ 2 FIR ਹੋਰ ਦੇ ਦਿਓ, ਉਹਨਾਂ ਦੀ ਵੀਡੀਓ ਵਿਖਾ ਦੇਣ, ਜਾਂ ਕੋਈ ਬੰਦਾ ਮਤਲਬ ਸਾਬਤ ਕਰਾ ਦੇਵੇ, ਜਾਂ ਇਹ ਕਹਿਣ ਮੈਂ ਉਸ ਬੰਦੇ ਦਾ ਹਲਫ ਨਾ ਦਵਾ ਸਕਾਂ ਕਿ ਯੂਨਸ ਨੇ ਛਡਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਔਰ ਪਹਿਲਾ ਕੰਮ ਇਹਨਾਂ ਨੇ ਇਹ ਕੀਤਾ, ਇਹਨਾਂ ਸਿਆਸਤਦਾਨਾਂ ਨੇ, ਕਿ ਮੈਂ ਛਡਾਉਣ ਵਾਲਾ, ਮੇਰੀ ਵੀਡੀਓ ਮੌਜੂਦ ਆ, ਔਰ ਪਹਿਲਾ ਅਰੈਸਟ ਮੈਨੂੰ ਕਰਾ ਕੇ ਪਹਿਲੀ FIR ਮੇਰੇ ਤੇ ਦਵਾਈ ਗਈ। ਇਸ ਵਾਸਤੇ ਕਿ ਮੈਂ ਇਸ ਘਰ ਦਾ ਹੈਡ ਹਾਂ। ਸਾਡਾ ਕਸੂਰ ਇਹਨਾਂ ਕਿ ਅਸੀਂ ਚਿੱਟੇ ਕੱਪੜੇ ਭਾਵੇਂ ਪਤਾ ਨਹੀਂ ਅਸੀਂ ਕਿੱਦਾਂ ਅਸੀਂ ਮੰਗ ਤੰਗ ਕੇ ਪਾਉਨੇ ਆਪਣੀ ਸਫੈਦ ਪੋਸ਼ੀ ਨੂੰ ਰੱਖਣ ਵਾਸਤੇ ਕਿ ਅਸੀਂ ਜ਼ਿਮੀਦਾਰ ਹਾਂ। ਅਸੀਂ ਪਤਾ ਨਹੀਂ ਲੋਕਾਂ ਕੋਲ ਆਧਾਰੇ ਪੈਸੇ ਫੜ ਕੇ ਕੱਪੜੇ ਪਾਉਂਦੇ ਹੋਈਏ। ਅਸੀਂ 2-3 ਹਜ਼ਾਰ ਰੁਪਏ ਦਿਹਾੜੀ ਦਾ ਗਵਾਨੇ ਆ। ਇਹ ਜਿਹੜੀ ਲੇਬਰ ਹੈ ਇਹ 2000-2500 रुपये डेली ਇਹਨਾਂ ਦਾ ਛੋਟਾ ਬੱਚਾ ਵੀ ਕਮਾ ਕੇ ਲਿਆਉਂਦਾ। अच्छा यूनुस साहब, ये बताइएगा, FIR भी होगी, आप लोगों की जमानतें भी होगी, लेकिन इसके बावजूद भी कोई जो पॉलिटिकल प्रेशर है, सियासी दबाव, वो डाला जा रहा है अभी भी? सबसे ज्यादा जो सियासी प्रेशर है वो इस वक्त डाला जा रहा है। वो कैसे? वो इसलिए मैं आपको बताता हूँ कि पर्चा भी हो गया, हाँ, जमान गिरफ्तारियां भी हो गई, उसके बाद बेल भी हो गई। ठीक है। अब ये कहा जा रहा है, पुलिस वालों को ये कहा जा रहा है कि आप 506 अकेले नहीं, आप 506 बी लगाएं। और मैं आपको वो सबूत दूंगा इस बात का कि हमारे जो एक्स एमपी जो हमारे हैं, अच्छा, वो एक तो ये कह रहे हैं, हमारे तफ्तीशी को कह रहे हैं, हमारे जो इंस्पेक्टर SHOS को कह रहे हैं कि आपने 506 लगानी है जिसमें कि असला साबित हो कि इनके पास असला था। अच्छा। एक तो ये कह रहे हैं और बार बार उन पे प्रेशर डाल रहे हैं। दूसरा ये कि डॉक्टर तक ये कहा जा रहा है कि आपने ये जो रिजल्ट है ना, इन्होंने जी एक इनके जिस्म पर कोई एक लड़के के निशान नहीं है, उसकी अकेली जो है ना उंगली, उस पर स्वेलिंग है। तो डॉक्टर को ये कहा जा रहा है कि आप इसको डिक्लेयर करें कि ये उंगली टूटी हुई है। डॉक्टर साहब ने उसकी उंगली जो है ना पहले दिन से ये लिख दिया कि ये तो मतलब आप खुद तोड़ी है इन्होंने। हाँ जी, लेकिन इसके बावजूद डॉक्टर को फिर प्रेशराइज किया जा रहा है कि आप इसको ये लिखें कि ये इन्होंने तोड़ी है। और अभी तक भी ये प्रेशर है कि आप इन पे वो दफात लगा दें 506 बी, ताकि इनकी बेल जो है ना, इंटरम बेल जो इनकी है, जो बिफोर अरेस्ट बेल उन्होंने कराई, वो कैंसिल हो रहा है, ये जेल जाए। इस वक्त तक ये प्रेशर है। और इसके अलावा अब भी लोगों को तैयार करके, उन माछियों को तैयार करके DPO साहब की तरफ भेजा जा रहा है। आज भी वो गए हैं कि, और उनकी जो वीडियो ये बनाते हैं, घर में बनाते हैं, कमरे में बनाते हैं, बना के उसको वायरल करवा देते हैं। तो मेरी ये गुजारिश है, मैं एक बार फिर ये गुजारिश करना चाहता हूँ कि मेरी आला हुकाम से ये गुजारिश है कि हमें मस्जिद में बुलाएं, मेरे साथ 5, 10, 20, 50, 100 आदमी होगा और मुअज़्ज़ज़ आदमी होगा, मस्जिद में बुलाएं और कुरान पाक पे हल्फ लेके हम हमसे बातें पूछें। अच्छा। अगर हम ना बता सके तो हम पर एक और FIR और दे दें। हमें इन्होंने विजिट भी किया, हम पे FIR भी दी, हमें इन्होंने अपना थाने में भी बंद करवाया, और ऊपर से हमारे ऊपर फिर प्रेशर है सियासी कि आपने तो बहुत ज्यादा जुल्म कर दिया। ये आप खुद देख लें, या इन्वेस्टिगेशन कर रहे हैं तो जुल्म हम पे हुआ है या हमने किया। ठीक, ये साबित हो जाएगा। ठीक। तो यहाँ से शराफत की इंतहा पता चलती है कि इनके ऊपर तशद्दुद हुआ, जबड़ा टूटा, आंख का मसला बना, सर फटा, मेडिकल भी इनके पास मौजूद है, लेकिन उसके बावजूद भी इन्होंने FIR नहीं दर्ज करवाई, सिर्फ और सिर्फ अपनी इज्जत की खातिर। जो मेरा प्रोग्राम देख रहे हैं, आला हुकाम से मेरी अपील है, हुकूमत वक्त से मेरी अपील है कि चौधरी साहब को इंसाफ फराहम किया जाए और इस मामले की तह तक पहुंचा जाए, और फिर जो भी कसूरवार है उसको करार वाकई सजा दिलवाई जाए। प्रोग्राम आपने देखा, इसके फीडबैक रहेगा, इंतजार आपसे इंशाल्लाह अगले प्रोग्राम में करूंगा मुलाकात। जब तक के लिए अल्लाह निगहबान।